ਅੱਜ ਗੁਰਦਾਸਪੁਰ ਵਿਖੇ ਮੈਂ 32 ਵਿਲੇਜ ਡਿਫੈਂਸ ਕਮੇਟੀਜ਼ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਪਹਿਲੇ ਪਠਾਨਕੋਟ ਦੇ ਵਿੱਚ 44 ਵਿਲੇਜ ਡਿਫੈਂਸ ਕਮੇਟੀਜ਼ ਨਾਲ ਮੀਟਿੰਗ ਕੀਤੀ ਸੀ। ਇਹ ਲਾਸਟ ਈਅਰ ਡਰੋਨ ਇੰਟਰੂਜਨਸ ਅਤੇ ਟਰਾਂਸ ਬਾਰਡਰ ਨਾਰਕੋਟਿਕ ਸਮਗਲਿੰਗ ਨੂੰ ਰੋਕਣ ਲਈ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਟੂ ਐਕਟ ਐਜ਼ ਆਈਜ਼ ਐਂਡ ਈਅਰਸ ਆਫ ਦ ਸਿਕਿਉਰਿਟੀ ਫੋਰਸਿਸ ਇਹ ਕਮੇਟੀਆਂ ਬਣਾਈ ਗਈ ਸੀ। ਬਾਰਡਰ ਤੋਂ ਜਿਹੜੇ ਵਿਦਿਨ 5 ਕਿਲੋਮੀਟਰਸ ਜਿੰਨੇ ਪਿੰਡ ਲੱਗਦੇ ਹੈਗੇ ਤੇ ਇਹਨਾਂ ਨੂੰ ਅਸੀਂ ਜਿੱਥੇ ਚੰਗਾ ਕੰਮ ਇਹਨਾਂ ਨੇ ਕੀਤਾ ਉਹਨਾਂ ਨੂੰ ਇਨਕਰੇਜ ਕੀਤਾ। ਇਹਦੀ ਸਟਰਕਚਰਿੰਗ ਬਣਾਈ ਗਈ ਹੈ। ਹਰ ਵਿਲੇਜ ਦੇ ਵਿੱਚ ਇੱਕ ਪੁਲਿਸ ਅਫਸਰ ਡੈਡੀਕੇਟਿਡ ਅਸੀਂ ਲਾਇਆ ਜਿਸ ਨੂੰ ਵਿਲੇਜ ਪੁਲਿਸ ਆਫਿਸਰ ਡੈਜ਼ਿਗਨੇਟ ਕੀਤਾ ਗਿਆ ਹੈਗਾ ਫॉर ਥੀਸ ਬਾਰਡਰ ਵਿਲੇजेस ਤੇ ਬਾਰਡਰ ਵਿਲੇਜ ਪੁਲਿਸ ਆਫਿਸਰ ਤੇ ਵਿਲੇਜ ਡਿਫੈਂਸ ਕਮੇਟੀਜ਼ ਦੇ ਤਾਲਮੇਲ ਨਾਲ BSF ਤੇ ਪੰਜਾਬ ਪੁਲਿਸ ਨਾਲ ਸਟਰਕਚਰਡ ਇੰਟਰੈਕਸ਼ਨ ਕਰਕੇ ਇੱਕ ਡਰੋਨ ਐਮਰਜੈਂਸੀ ਰਿਸਪੌਂਸ ਪ੍ਰੋਟੋਕਾਲ ਬਾਰਡਰ ਏਰੀਆਜ਼ ਲਈ ਬਣਾਇਆ ਗਿਆ ਸੀਗਾ, ਜਿਸ ਦੇ ਵਿੱਚ ਜਦੋਂ ਕਿਤੇ ਕੋਈ ਡਰੋਨ ਐਕਟੀਵਿਟੀ ਦੇਖੀ ਜਾਂਦੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੋਣਾ ਚਾਹੀਦਾ। ਇਹਨਾਂ ਦੇ WhatsApp ਗਰੁੱਪ ਬਣਾਏ ਗਏ, ਇਹਨਾਂ ਨੂੰ ਜੈਕਟਸ ਦਿੱਤੀਆਂ ਗਈਆਂ, ਹੋਰ ਆਈਡੈਂਟੀਫਿਕੇਸ਼ਨ ਕਾਰਡਸ ਐਂਡ ਅਦਰ ਥਿੰਗਸ ਸੋ ਦੈਟ ਕੋਸ਼ਿਸ਼ ਕੀਤੀ ਗਈ ਕਿ ਵੱਧ ਤੋਂ ਵੱਧ ਐਕਸ ਸਰਵਿਸਮੈਨ ਤੇ ਦੂਜੇ ਜਿਹੜੇ ਹੈਗੇ ਫੋਰਸਿਸ ਦੇ ਰਿਟਾਇਰਡ ਆਫਿਸਰਸ ਇਹਦੇ ਵਿੱਚ ਹੋਣ। ਹੁਣ ਅੱਜ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਉਹ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਨੇ 15 ਅਗਸਤ ਨੂੰ ਐਲਾਨ ਕੀਤਾ ਹੈ ਕਿ ਅਸੀਂ 1 ਸਾਲ ਦੇ ਵਿੱਚ ਪੰਜਾਬ ਵਿੱਚੋਂ ਡਰੱਗਸ ਤੇ ਇੱਕ ਕਾਰਗਰ ਇੰਪੈਕਟ ਕਰਾਂਗੇ। ਸੋ ਡਰੱਗ ਦੀ ਸਪਲਾਈ ਨੂੰ ਕੰਟਰੋਲ ਕਰਨ ਲਈ, ਡਿਮਾਂਡ ਨੂੰ ਕੰਟਰੋਲ ਕਰਨ ਲਈ ਇੱਕ ਕੰਪਰੀਹੈਂਸਿਵ ਮਲਟੀ ਪ੍ਰੋਂਗਡ ਸਟ੍ਰੈਟਜੀ ਅਡਾਪਟ ਕੀਤੀ ਗਈ ਹੈ, ਜਿਸ ਦੇ ਵਿੱਚ ਐਨਫੋਰਸਮੈਂਟ, ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ। ਐਨਫੋਰਸਮੈਂਟ ਦੇ ਵਿੱਚ ਜਿਹੜੇ ਵੱਡੇ ਸਮਗਲਰਸ ਹੈਗੇ ਉਹਨਾਂ ਦੀ ਪ੍ਰੋਪਰਟੀ ਸੀਜ਼ਰ ਤੇ ਫੋਕਸ ਹੈ ਤੇ ਅਸੀਂ 850 ਕਿਲੋ ਤੋਂ ਵੱਧ ਹੈਰੋਇਨ ਇਸ ਸਾਲ ਰਿਕਵਰ ਕੀਤੀ ਹੈ ਤੇ ਫੋਕਸ ਇਜ਼ ਔਨ ਬਿਗ ਫਿਸ਼। ਓਵਰ 2000 ਸਮਗਲਰਸ ਹੈਵ ਬੀਨ ਅਰੈਸਟਡ ਤੇ ਇਸ ਦੇ ਨਾਲ ਜਿਹੜੇ ਪੈਡਲਰਸ ਹੈਗੇ, ਸਪਲਾਇਰਸ ਹੈਗੇ, ਜਿਹੜੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਿਹੜੇ ਡਰੱਗਸ ਨੂੰ ਸਪਲਾਈ ਕਰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਨਕੇਲ ਕੱਸ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੇ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਅੰਡਰ ਸੈਕਸ਼ਨ 64A NDPS ਐਕਟ ਅਸੀਂ ਰੀਹੈਬਿਲਿਟੇਟ ਕਰਨ ਵੱਲ ਉਹਨਾਂ ਨੂੰ ਜੇ ਉਹ ਇੱਕ ਡੀ ਐਡਿਕਸ਼ਨ ਟ੍ਰੀਟਮੈਂਟ ਪਲਾਨ ਨੂੰ ਉਹ ਐਗਰੀ ਕਰ ਜਾਂਦੇ ਹੈ ਤੇ ਵੀ ਵਿਲ ਨਾਟ ਟ੍ਰੀਟ them as criminals। ਦ ਆਈਡੀਆ ਇਜ਼ ਕਿ ਜਿਹੜਾ ਡਰੱਗ ਯੂਜ਼ਰ ਹੈ ਉਸ ਨੂੰ ਰਿਫਾਰਮ ਕੀਤਾ ਜਾਵੇ, ਰੀਹੈਬਿਲਿਟੇਟ ਕੀਤਾ ਜਾਵੇ। ਜਿਹੜਾ ਡਰੱਗ ਵੇਚ ਰਿਹਾ ਹੈ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋ ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਦੇ ਵਿੱਚ ਜਿਵੇਂ ਪ੍ਰੀਵੈਂਸ਼ਨ ਸਟ੍ਰੈਟਜੀਜ਼ ਹੈਗੀਆਂ ਕਿ ਸਪੋਰਟਸ ਐਕਟੀਵਿਟੀਜ਼, ਯੂਥ ਕਲੱਬ, DC ਸਾਹਿਬ ਬੈਠੇ ਹੈਗੇ, ਇਹਨਾਂ ਨੇ ਕਾਫੀ ਜਿਵੇਂ ਇਹਨਾਂ ਦੀ ਐਮਪਲੋਇਮੈਂਟ ਲਈ ਜਾਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ ਵੱਲ ਜਿਹੜੇ ਯੂਥ ਆਫਟਰ ਦੇ ਅੰਡਰਗੋ ਦਾ ਡੀ ਐਡਿਕਸ਼ਨ ਪ੍ਰੋਗਰਾਮ ਉਹਨਾਂ ਨੂੰ ਇਸ ਡਾਇਰੈਕਸ਼ਨ ਵੱਲ ਅਸੀਂ ਚੈਨਲਾਈਜ਼ ਕਰਾਂਗੇ। ਸੋ ਇਹ ਸਾਰੇ ਡਿਪਾਰਟਮੈਂਟਸ ਦੇ ਸਹਿਯੋਗ ਨਾਲ ਸਪੋਰਟਸ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਸੋ ਇੱਕ ਮਲਟੀ ਪ੍ਰੋਂਗਡ ਪੰਜਾਬ ਗਵਰਨਮੈਂਟ ਦੀ ਸਟ੍ਰੈਟਜੀ ਹੈਗੀ ਕਿ ਡਰੱਗ ਟ੍ਰੈਫਿਕਿੰਗ ਤੇ ਇੰਪੈਕਟ ਪਾਇਆ ਜਾਵੇ। ਇਨ ਦਾ ਫਸਟ ਫੇਜ਼ 5 ਕਿਲੋਮੀਟਰ ਤੱਕ ਦਾ ਸੀਗਾ, ਕੁਝ ਏਰੀਆਜ਼ 'ਚ ਅਸੀਂ ਇਸ ਨੂੰ ਐਕਸਟੈਂਡ ਕਰਤਾ ਅਪ ਟੂ 10 ਕਿਲੋਮੀਟਰ ਤੇ ਇਹ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਤੋਂ ਬਾਅਦ ਸਭੀ ਡਿਪਟੀ ਕਮਿਸ਼ਨਰਸ ਵੱਲੋਂ ਇਹ ਵਿਲੇਜ ਡਿਫੈਂਸ ਕਮੇਟੀਜ਼ ਨੋਟੀਫਾਈਡ ਹੈ ਤੇ ਇਸ ਦਾ ਸਾਨੂੰ ਚੰਗਾ ਰਿਸਪੌਂਸ ਮਿਲਿਆ। ਇਨਫੈਕਟ ਅੱਜ ਅਸੀਂ 2 ਫਾਰਮਰਸ ਨੂੰ ਰਿਵਾਰਡ ਦਿੱਤਾ ਸੀਗਾ। ਸੋ 1 ਲੱਖ ਪਰ ਅਸੀਂ ਰਿਵਾਰਡ ਰੱਖਿਆ ਹੈਗਾ ਜੇ ਕੋਈ ਇਨਫੋਰਮੇਸ਼ਨ ਦਿੱਤੀ ਜਾਊਗੀ ਜਿਸ ਤੋਂ ਡਰੱਗ ਦੀ ਰਿਕਵਰੀ ਹੋਊਗੀ ਜਾਂ ਡਰੋਨ ਦਾ ਸੀਜ਼ਰ ਹੋਊਗਾ। ਸੋ 1 ਲੱਖ ਕੈਸ਼ ਰਿਵਾਰਡ ਵਿਲ ਬੀ ਗਿਵਨ। ਨਹੀਂ, ਉਹ ਜਿਵੇਂ ਗੱਲ ਕਹੀ ਸੀ ਤੁਹਾਡਾ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਭਾਵੇਂ ਜਿੰਨੀ ਮਰਜ਼ੀ ਤੁਸੀਂ ਵੱਡੀ ਡਰੱਗਸ ਫੜ ਲਓ, ਕੰਸਾਈਨਮੈਂਟਸ ਫੜ ਲਓ, ਜਦੋਂ ਤੱਕ ਸਪਲਾਈ ਐਟ ਦਾ ਮੁਹੱਲਾ ਲੈਵਲ ਜਾਂ ਐਟ ਦਾ ਵਿਲੇਜ ਲੈਵਲ ਇਜ਼ ਨਾਟ ਕੰਟਰੋਲਡ ਉਦੋਂ ਤੱਕ ਆਮ ਲੋਕਾਂ ਨੂੰ ਇਸ ਦਾ ਇੰਪੈਕਟ ਨਹੀਂ ਪਤਾ ਲੱਗਦਾ। ਸੋ ਇਸ ਲਈ ਅਸੀਂ ਇੱਕ ਤੇ ਆਪਣੇ ਰਿਸੋਰਸਿਸ ਤੋਂ ਜਿਵੇਂ ਸਾਡੇ ਕੋਲ ਇੱਕ ਪਾਇਸ ਸੌਫਟਵੇਅਰ ਹੈ ਜਿਸ ਦੇ ਵਿੱਚ ਜਦੋਂ ਵੀ ਕੋਈ ਅਰੈਸਟਡ ਹੁੰਦਾ ਹੈ, ਪ੍ਰਿਜ਼ਨਰ ਜੇਲ੍ਹ ਜਾਂਦਾ ਹੈ, ਉਸ ਦੀ ਡੇਟਾਬੇਸ ਐਂਟਰੀ ਹੁੰਦੀ ਹੈ। ਫਿਰ ਉਹਦੇ ਵਿੱਚੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਕਾਲ ਆਊਟ ਕਰਕੇ ਅਸੀਂ SHOs ਨੂੰ ਲਿਸਟਾਂ ਦਿੰਦੇ ਹਾਂ ਕਿ ਤੁਹਾਡੇ ਏਰੀਏ ਦੇ ਪਿਛਲੇ 5 ਸਾਲਾਂ ਦੇ ਵਿੱਚ ਇਹ ਜਿਹੜੇ ਮੁਲਜ਼ਮ ਸੀਗੇ ਜਿਹੜੇ ਡਰੱਗ ਕੇਸਾਂ 'ਚ ਫੜੇ ਗਏ। देयर इज़ अ सिस्टम ऑफ जेल रिलीजेस एवरी डे। अ जेल रिलीज इज़ इशूड कि ਜਿਹੜੇ ਬੰਦੇ ਰਿਲੀਜ਼ ਹੁੰਦੇ ਆ ਤਾਂ ਕਿ ਉਨ 'ਤੇ ਨਿਗਰਾਨੀ ਰੱਖੇ। ਇੱਕ ਤੇ ਇਹ ਫਾਰਮਲ ਕ੍ਰਿਮੀਨਲ ਸਿਸਟਮ ਹੈਗਾ। ਦੂਜਾ ਸਿਸਟਮ ਹੈਗਾ ਕਿ ਲੋਕਾਂ ਦੇ ਦੈਟ ਇਜ਼ ਵਾਈ ਲੋਕਾਂ ਦੇ ਕੋਲ ਅਸੀਂ ਚੱਲ ਕੇ ਜਾ ਰਹੇ ਹਾਂ, ਲੋਕਾਂ ਦਾ ਸਹਿਯੋਗ ਮੰਗ ਰਹੇ ਹਾਂ ਕਿ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਸ ਪਿੰਡ ਦੇ ਵਿੱਚ ਆਹ 50 ਬੰਦੇ ਹੈਗੇ ਜਾਂ 30 ਬੰਦੇ ਹੈਗੇ ਜਿਹੜੇ ਡਰੱਗ ਲੈਂਦੇ ਆ, ਇਹ 5 ਬੰਦੇ ਹੈਗੇ ਜਿਹੜੇ ਡਰੱਗ ਨੂੰ ਸਪਲਾਈ ਕਰਦੇ ਆ ਜੀ। ਫਲਾ ਪੀਪਲ ਦਾ ਦਰਖਤ ਹੈ ਉਹਦੇ ਥੱਲੇ ਸ਼ਾਮ 3 ਵਜੇ ਤੋਂ 5 ਵਜੇ ਜਾਓ ਤਾਂ ਡਰੱਗ ਮਿਲਦੀ ਹੈ। ਸੋ ਵੀ ਵੁੱਡ ਇਨਕਰੇਜ ਸੱਚ ਟਿਪਸ। ਅਸੀਂ ਇੱਕ ਸਟੇਟ ਲੈਵਲ ਡਰੱਗ ਹੈਲਪਲਾਈਨ ਵੀ ਸ਼ੁਰੂ ਕਰਨ ਜਾ ਰਹੇ ਹੈਗੇ ਜਿਸ ਤੇ ਐਨੋਨਿਮਿਟੀ ਰੱਖਦੇ ਹੋਏ ਡਰੱਗਸ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਹੈ। ਤਾਂ ਇਸ ਮੁਹਿੰਮ ਦੇ ਵਿੱਚ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਸਾਹਮਣੇ ਆਉਣ, ਸਹਿਯੋਗ ਦੇਣ
ਸੋ ਦੈਟ ਵੱਧ ਤੋਂ ਵੱਧ ਜਿਹੜੇ ਅਸਲ ਬੰਦੇ ਜਿਹੜੇ ਡਰੱਗਸ ਨੂੰ ਵੇਚਦੇ ਆ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਸਕੇ। ਸਰ ਗੁਰਦਾਸਪੁਰ ਪੁਲਿਸ ਨਹੀਂ ਦਿਸ ਆਈ ਐਗਰੀ। ਦੇਖੋ ਕੀ ਹੁੰਦਾ ਨਾ, ਜਿਹੜੀ ਡਰੱਗ ਟ੍ਰੇਡ ਹੈ ਇਹ 20-25-50 ਸਮਗਲਰ ਪਾਕਿਸਤਾਨ ਸਾਈਡ ਬੈਠੇ ਹੈ, ਕੁਝ ਵੱਡੇ ਸਮਗਲਰ ਇਸ ਸਾਈਡ ਬੈਠੇ ਹੈ। ਇਹਨਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਦੀ ਕਾਫੀ ਜਿਹੜਾ ਕੰਸਾਈਨਮੈਂਟਸ ਜਿਹੜੇ ਸਾਡੇ ਪੰਜਾਬ ਦੇ ਥਰੂ ਟ੍ਰਾਂਜ਼ਿਟ ਹੁੰਦੀਆਂ, ਕਾਫੀ ਕੰਸਾਈਨਮੈਂਟਸ ਇੱਥੇ ਕੰਜ਼ਿਊਮ ਹੁੰਦੀਆਂ। ਉਹ ਨੈਚੁਰਲੀ ਦੈਟ ਇਜ਼ ਇਨਫੋਰਮੇਸ਼ਨ ਬੇਸਡ। ਜੇ ਮੰਨ ਲਓ ਮੇਰੇ ਕੋਲ ਕਿਸੇ ਦਾ ਮੋਬਾਈਲ ਨੰਬਰ ਆ ਗਿਆ, ਮੈਂ ਉਸ ਤੇ ਟੈਕਨੀਕਲ ਵਰਕ ਕਰਕੇ ਉਸ ਨੂੰ ਫੜ ਲਿਆ, ਸੋ ਦਿਸ ਇਜ਼ ਮਾਈ ਡਿਊਟੀ ਐਜ਼ ਅ ਪੁਲਿਸ ਆਫੀਸਰ। ਉਹ ਕੰਮ ਤੇ ਅਸੀਂ ਕਰਾਂਗੇ ਜਿਹੜੇ ਵੱਡੇ ਆਪਰੇਸ਼ਨ ਹੈ। ਐਟ ਦਾ ਸੇਮ ਟਾਈਮ ਜਿਹੜਾ ਤੁਸੀਂ ਕਿਹਾ ਹੈਗਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਤੇ ਇੰਪੈਕਟ ਤਾਂ ਹੀ ਹੋਊਗਾ ਜਦੋਂ ਸਾਨੂੰ ਲੱਗੂਗਾ ਕਿ ਸਾਡੇ ਏਰੀਆ 'ਚ ਜਿਹੜੀ ਡਰੱਗ ਵਿਕ ਰਹੀ ਹੈ ਉਸ ਤੇ ਕੰਟਰੋਲ ਹੋਵੇ। ਸਰ ਉਸ ਤੋਂ ਇਸ ਦੇ ਵਿੱਚ ਕੋਈ ਐਕਸਟਰਾ ਵੀ ਕਰੋਗੇ? ਨੋ ਉਸ ਦਾ ਹੀ ਹਿੱਸਾ ਹੈ, ਜਿਵੇਂ ਮੈਂ ਕਿਹਾ ਮਲਟੀ ਪ੍ਰੋਂਗਡ ਸਟ੍ਰੈਟਜੀ ਹੈ। ਉਹਦੇ ਰਿਜ਼ਲਟ ਤੁਹਾਨੂੰ ਲੱਗਦੇ ਨੇ ਕਿ ਉਸ ਲੈਵਲ ਤੇ ਡਰੱਗ ਫੜੀ ਜਾ ਰਹੀ ਹੈ? ਇਸ ਐਕਟ ਦੀ ਜਿਸ ਦੇ ਵਿੱਚ 13 ਤੋਂ 14 ਹਜ਼ਾਰ ਪੰਜਾਬ ਦੇ ਵਿੱਚ ਦਰਜ ਹੁੰਦੀਆਂ। ਤਕਰੀਬਨ ਪੂਰੇ ਇੰਡੀਆ ਦੀ ਹੈਰੋਇਨ ਰਿਕਵਰੀ ਇਜ਼ ਅਬਾਊਟ 4000 kg ਤੇ 800 ਕਿਲੋ ਅਸੀਂ ਫੜਦੇ ਹਾਂ। ਦੈਟ ਡਜ਼ ਨਾਟ ਮੀਨ, ਮਤਲਬ ਮੈਂ ਸਟੈਟਿਸਟਿਕਸ ਤੋਂ ਇਹ ਨਹੀਂ ਕਹਿ ਸਕਦੇ ਅਸੀਂ ਕਿ ਜੀ ਪੰਜਾਬ 'ਚ ਡਰੱਗ ਨਹੀਂ ਹੈ। ਦ ਪ੍ਰੋਬਲਮ ਇਜ਼ ਦੇਅਰ। ਸੋ ਇਟ ਇਜ਼ ਅ ਮਲਟੀ ਪ੍ਰੋਂਗਡ ਅਪਰੋਚ। ਬਹੁਤ ਵੱਡੇ ਆਪਰੇਸ਼ਨ ਹੋਏ ਹੈ, ਵੱਡੀਆਂ ਰਿਕਵਰੀਆਂ ਹੋਈਆਂ ਹੈ ਤੇ ਕਟਿੰਗ ਐਜ ਲੈਵਲ ਤੇ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ, ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਦੇਖੋ ਇੱਕ ਤੇ ਹੁੰਦੀ ਹੈ ਸਪੈਸੀਫਿਕ ਇੰਟੈਲੀਜੈਂਸ ਬੇਸਡ ਰੇਟ ਕਿ ਸਾਡੇ ਕੋਲ ਇਤਲਾ ਆਈ ਆ, ਅਸੀਂ ਇੱਕ ਬੰਦਾ ਫੜਿਆ, ਉਹਦੀ ਅੱਗੇ ਚੇਨ 'ਚੋਂ ਦੂਜਾ ਫਿਗਰ ਹੋਇਆ, ਉਹਨੂੰ ਰੇਟ ਕਰ ਲਿਆ। ਤੁਸੀਂ ਜ਼ਿਕਰ ਕਰ ਰਹੇ ਹੋ ਸ਼ਾਇਦ ਜਿਹਨੂੰ ਆਪਾਂ ਕੈਸੋ ਕਹਿੰਦੇ, ਜਿਹਦਾ ਏਰੀਆ ਇੰਪੈਕਟ ਹੁੰਦਾ ਕਿ ਏਰੀਆ ਡੋਮੀਨੇਸ਼ਨ। ਅਸੀਂ ਵੈਸੇ ਵੀ ਨਾਕਾ ਲਾਉਂਦੇ ਆ, ਚੈਕਿੰਗ ਕਰਦੇ ਆ, ਘੇਰਾਬੰਦੀ ਕਰਦੇ ਆ। ਸੋ ਇਸ ਤਰ੍ਹਾਂ ਦੇ ਆਪਰੇਸ਼ਨ ਦਾ ਮੇਨ ਮਕਸਦ ਹੁੰਦਾ ਹੈ ਕੌਨਫੀਡੈਂਸ ਬਿਲਡਿੰਗ ਅਮੰਗ ਦਾ ਪੀਪਲ, ਕਿ ਪੁਲਿਸ ਦੀ ਪ੍ਰੈਜ਼ੈਂਸ ਹੋਵੇ, ਪੁਲਿਸ ਚੈਕਿੰਗ ਕਰੇ। ਸੋ ਕੌਨਫੀਡੈਂਸ ਬਿਲਡਿੰਗ ਇਜ਼ ਦਾ ਮੇਨ ਪਰਪਸ ਇਨ ਥੀਸ ਆਪਰੇਸ਼ਨਸ। ਸਰ ਏਡੀਜੀਪੀ ਡਾਕਟਰ ਨਰੇਸ਼ ਵੀ ਆਏ ਸੀਗੇ ਉਸ ਟਾਈਮ ਤੇ ਇੱਕੋ ਦਿਨ ਦੇ ਵਿੱਚ 5 ਥਾਣਿਆਂ ਦੇ ਵਿੱਚ ਪਰਚਾ ਦਰਜ ਹੋਇਆ। ਨਹੀਂ ਜੀ, ਵਿਖਾਵੇ ਲਈ ਨਹੀਂ ਸੀਗਾ। ਮੈਂ ਜਿਵੇਂ ਕਿਹਾ ਇਹ ਪਬਲਿਕ ਕੌਨਫੀਡੈਂਸ ਲਈ ਹੈ। ਜਦੋਂ ਅਸੀਂ ਕਾਫੀ ਨਫਰੀ, ਜਿਵੇਂ ਅਸੀਂ ਜੇਲ੍ਹਾਂ ਦੀ ਸਰਚ ਕਰਦੇ ਹਾਂ, ਮੰਨ ਲਓ 300 ਮੁਲਾਜ਼ਮ 500 ਮੁਲਾਜ਼ਮ ਘੇਰਾ ਪਾ ਲਿਆ, ਸੋ ਇਹਨੂੰ ਅਸੀਂ ਕੁਆਂਟੀਫਾਈ ਇੱਕ ਤੇ ਰਿਕਵਰੀ ਵੱਲੋਂ ਹੁੰਦਾ ਹੈ ਕਿ ਪਰਚੇ ਦਰਜ ਹੋ ਗਏ, ਰਿਕਵਰੀ ਹੋਈ। ਇੱਕ ਦੂਜਾ ਹੁੰਦਾ ਹੈ ਕਿ ਜਿਹੜਾ ਮਾੜਾ ਆਨਸਰ ਹੈ ਉਹ ਡਰ ਜਾਂਦਾ ਹੈ, ਉਹਦੇ ਲਈ ਡੈਟਰੈਂਸ ਹੁੰਦਾ ਹੈ। ਤੀਜਾ ਹੁੰਦਾ ਹੈ ਇੱਕ ਜਿਹੜਾ ਅਮਨ ਪਸੰਦ ਜਿਹੜਾ ਸ਼ਹਿਰੀ ਹੈ ਉਹਨੂੰ ਕੌਨਫੀਡੈਂਸ ਮਹਿਸੂਸ ਹੁੰਦਾ ਹੈ ਜੀ। ਸਰ ਜਦੋਂ ਵੀ ਕਰਦੀ ਹੈ, ਪਰ ਜਿਹੜਾ ਸਿੰਥੈਟਿਕ ਨਸ਼ਾ ਜਾਂ ਆਮ ਸ਼ਹਿਰਾਂ ਦੇ ਵਿੱਚ ਮੈਡੀਕਲ ਸਟੋਰ ਤੇ ਜਿਹੜਾ ਮਿਲਦਾ, ਉਹਨੂੰ ਨਸ਼ੇ ਨੂੰ ਰੋਕਣ ਦੇ ਲਈ ਪੁਲਿਸ ਤੋਂ ਇਲਾਵਾ ਹੋਰ ਕਿਹੜੇ ਡਿਪਾਰਟਮੈਂਟਸ ਨੇ ਜਾਂ ਕਿਸ ਤਰੀਕੇ ਦੇ ਨਾਲ ਅਸੀਂ ਸਾਰਿਆਂ, ਦੇਖੋ ਜੀ, ਕਈ ਜਿਵੇਂ ਸਾਊਥ ਮਾਲਵੇ ਦੇ ਵਿੱਚ ਮਾਨਸਾ, ਬਠਿੰਡਾ, ਉੱਥੇ ਫਾਰਮਾਸਿਊਟੀਕਲ ਡਰੱਗਸ ਦੀ ਬਹੁਤ ਪ੍ਰੋਬਲਮ ਹੈ, ਕਿਤੇ ਚਰਸ ਦੀ ਪ੍ਰੋਬਲਮ ਹੈ ਕਿਤੇ। ਸੋ ਦੇਅਰਫੋਰ ਏਰੀਆ ਸਪੈਸੀਫਿਕ ਪਲਾਨਸ ਅਸੀਂ ਬਣਾਵਾਂਗੇ, ਜਿਸ ਜ਼ਿਲ੍ਹੇ ਦੀ, ਜਿਸ ਥਾਣੇ ਦੀ ਏਰੀਆ ਦੀ ਜਿਸ ਤਰ੍ਹਾਂ ਦੀ ਡਰੱਗ ਦੀ ਪ੍ਰੋਬਲਮ ਹੈ। ਜਿਵੇਂ ਇਹਦੇ ਵਿੱਚ ਡਰੱਗ ਇੰਸਪੈਕਟਰਸ ਹੈਗੇ, ਜਿਹੜਾ ਡਰੱਗ ਐਕਟ ਹੈਗਾ, ਜਿਹੜੇ ਕੈਮਿਸਟਾਂ ਦੀ ਚੈਕਿੰਗ ਕਰਨੀ ਹੈ, ਜਾਂ ਜਿਵੇਂ ਮੈਂ ਪਹਿਲੇ ਦੱਸਿਆ ਵੀ ਹੈਲਥ ਡਿਪਾਰਟਮੈਂਟ, ਸਪੋਰਟਸ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਉਹ ਸਾਰਿਆਂ ਦੇ ਸਹਿਯੋਗ ਨਾਲ, ਲੋਕਾਂ ਦੇ ਸਹਿਯੋਗ ਨਾਲ ਹੀ ਇਸ 'ਤੇ ਨੱਥ ਪਾਈ ਜਾ ਸਕਦੀ ਹੈ। ਬਾਰਡਰ ਤੋਂ ਵੀ ਆ ਰਹੀ ਹੈ, ਸੀ ਰੂਟ ਤੋਂ ਵੀ ਆ ਰਹੀ ਹੈ, ਇੰਟਰਨੈਸ਼ਨਲ ਬਾਰਡਰ ਤੋਂ ਵੀ ਆ ਰਹੀ ਹੈ। ਇਨਫੈਕਟ ਆਈ ਵੁੱਡ ਸੇ ਦੈਟ ਪੰਜਾਬ ਇਜ਼ ਫਾਈਟਿੰਗ ਦ ਨੇਸ਼ਨਸ ਬੈਟਲ, ਕਿ ਉਹ ਡਰੱਗਸ, ਕਿਉਂਕਿ ਅਸੀਂ ਟ੍ਰਾਂਜ਼ਿਟ 'ਚ ਬੈਠੇ ਹੈਗੇ ਅਤੇ ਕਾਫੀ ਡਰੱਗ ਸਾਡੇ ਏਰੀਆ 'ਚੋਂ ਟ੍ਰਾਂਜ਼ਿਟ ਹੋ ਕੇ ਜਾਂਦੀ ਹੈ। ਤਾਂ ਹੀ ਕਿਹਾ ਸੀਗਾ ਕਿ ਸਾਡਾ ਫੋਕਸ ਜ਼ਿਆਦਾ ਜਿਹੜੇ ਡਰੱਗ ਕੰਜ਼ਿਊਮਰਸ 'ਤੇ ਨਹੀਂ ਹੋਊਗਾ, ਸਾਡਾ ਫੋਕਸ ਹੋਊਗਾ ਸਪਲਾਇਰਸ 'ਤੇ, ਜਿਹੜੇ ਵੱਡੇ ਜਿਹੜੇ ਪੈਡਲਰ ਹੈਗੇ। ਕਿਉਂਕਿ ਡਰੱਗ ਯੂਜ਼ਰ ਜਿਹੜਾ ਹੈਗਾ, ਉਹ ਸਾਡਾ ਪਰਪਸ ਹੋਊਗਾ ਉਹਨਾਂ ਨੂੰ ਰਿਫਾਰਮ ਕਰੋ, ਨਾ ਕਿ ਉਹਨਾਂ ਨੂੰ ਜੇਲ੍ਹਾਂ 'ਚ ਸਿੱਟੋ। ਹਾਂਜੀ ਭਾਈ ਸਾਹਿਬ। ਕੁਝ ਲੋਕ ਹੁੰਦੇ ਨੇ ਜਿਹੜੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਨੇ, ਬਟ ਉਹ ਜੇ ਘਰ ਬਾਹਰ ਉਹ ਜਿਹੜੇ ਡਰੱਗ ਵੇਚਦੇ ਸੀ ਉਹਨਾਂ ਨੇ ਜਾ ਕੇ ਮਦਦ ਕਰੀ। ਤੁਹਾਡੀ ਗੱਲ ਠੀਕ ਹੈ ਜੀ। ਇਸ ਲਈ ਜਿਵੇਂ ਅਸੀਂ ਇੱਕ ਤੇ ਆ ਕਰ ਰਹੇ ਕਿ ਐਨੋਨੀਮਸ ਰੱਖਾਂਗੇ, ਜਿਹੜੀ ਡਰੱਗ ਹੈਲਪਲਾਈਨ ਤੇ ਜਾਂ ਅਦਰਵਾਈਜ਼ ਜਿਹੜੀ ਡਰੱਗ ਬਾਰੇ ਇਨਫੋਰਮੇਸ਼ਨ ਦਿੱਤੀ ਜਾਊਗੀ, ਅਸੀਂ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰਾਂਗੇ। ਹਾਂਜੀ ਹੈ, ਦੇਖੋ ਹਾਲੇ ਕੰਸਟ੍ਰੇਂਟਸ ਹੈਗੇ ਕੈਪੈਸਿਟੀ ਦੇ, ਜੇ ਤੁਸੀਂ ਕਹੋ ਕਿ ਜਿੰਨੇ ਸਾਡੇ ਕੋਲ ਜਿਹੜੇ ਟ੍ਰੀਟਮੈਂਟ ਸੈਂਟਰ ਨੇ ਜੇ ਸਾਰਿਆਂ ਤੁਸੀਂ ਐਡ ਕਰ ਲਓ, ਸ਼ਾਇਦ ਡਰੱਗ ਯੂਜ਼ਰਸ ਦਾ ਨੰਬਰ ਉਸ ਤੋਂ ਲਾਰਜ ਹੈ। ਸੋ ਦੇਅਰਫੋਰ ਇਹ ਹੌਲੇ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਕਰਾਂਗੇ। ਸਰ ਵੀ ਜਿਹੜੇ ਡਰੱਗ ਲੈਮੈਂਟ ਕਰਾਵਾਂਗੇ, ਦੇ ਆਰ ਫਾਈਟਿੰਗ। ਥੈਂਕ ਯੂ ਜੀ।